प्रकार नई कर व्यवस्था में 7 लाख रुपए तक आय वाले व्यक्तियों को कोई कर भुगतान नहीं करना होगा। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਬਜਟ ਤੋਂ ਪਹਿਲਾਂ ਹੀ ਮੱਧਮ ਵਰਗੀ ਲੋਕਾਂ ਦੀ ਨਜ਼ਰ ਇਸ ਉੱਤੇ ਬਣੀ ਹੋਈ ਸੀ ਕਿ ਟੈਕਸ ਵਿੱਚ ਕਿਸ ਤਰ੍ਹਾਂ ਦੀ ਰਿਆਇਤ ਦਿੱਤੀ ਜਾਵੇਗੀ। ਇਹਨਾਂ ਲੋਕਾਂ ਦੀ ਖੁਸ਼ੀ ਦਾ ਉਦੋਂ ਠਿਕਾਣਾ ਨਹੀਂ ਰਿਹਾ ਜਦੋਂ ਵਿੱਤ ਮੰਤਰੀ ਨੇ ਨਵੀਆਂ ਟੈਕਸ ਦਰਾਂ ਦਾ ਐਲਾਨ ਕੀਤਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ 'ਚ 8 ਸਾਲ ਬਾਅਦ ਵੱਡੀ ਰਾਹਤ ਦਿੱਤੀ ਹੈ। ਹੁਣ ਸਾਲਾਨਾ 7 ਲੱਖ ਤੱਕ ਦੀ ਕਮਾਈ ਹੋਣ ਉੱਤੇ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ। ਹਾਲਾਂਕਿ ਇਹ ਸਿਰਫ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਹੋਵੇਗਾ ਅਤੇ ਹਜੇ ਵੀ ਇਨਕਮ ਟੈਕਸ ਭਰਨ ਦੇ 2 ਆਪਸ਼ਨ ਬਣੇ ਰਹਿਣਗੇ। ਹੁਣ ਤੱਕ 2.5 ਲੱਖ ਰੁਪਏ ਤੱਕ ਦੀ ਕਮਾਈ ਟੈਕਸ ਫ੍ਰੀ ਸੀਗੀ। ਆਖਰੀ ਵਾਰ 2014 ਅਤੇ 15 ਚ ਬਜਟ 'ਚ ਇਨਕਮ ਟੈਕਸ ਸਲੈਬ 'ਚ ਬਦਲਾਅ ਕੀਤਾ ਗਿਆ ਸੀ। 2019 ਅਤੇ 20 ਚ 8 ਕਰੋੜ ਲੋਕਾਂ ਨੇ ਇਨਕਮ ਟੈਕਸ ਜਾਂ ਫਿਰ ਕਾਰਪੋਰੇਟ ਟੈਕਸ ਭਰਿਆ ਸੀ। ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ 2.5 ਲੱਖ ਤੋਂ ਜ਼ਿਆਦਾ ਇਨਕਮ ਉੱਤੇ ਇਸ ਤਰ੍ਹਾਂ ਲੱਗਦਾ ਸੀ ਟੈਕਸ। ਪੁਰਾਣੀ ਟੈਕਸ ਰਜੀਮ ਦੇ ਤਹਿਤ 2.5 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ਟੈਕਸ ਫ੍ਰੀ ਰਹੇਗੀ। ਜੇਕਰ ਆਪਣੀ ਇਨਕਮ 2.5 ਲੱਖ ਤੋਂ 5 ਲੱਖ ਦੇ ਵਿਚਾਲੇ ਹੈ ਤਾਂ ਤੁਹਾਨੂੰ 5 ਲੱਖ ਮਾਈਨਸ 2.5 ਲੱਖ ਯਾਨੀ ਕਿ 2.5 ਲੱਖ ਰੁਪਏ ਉੱਤੇ 5% ਟੈਕਸ ਦੇਣਾ ਹੋਵੇਗਾ। ਹਾਲਾਂਕਿ ਇਨਕਮ ਟੈਕਸ ਐਕਟ ਦੇ ਸੰਸ਼ੋਧਨ 87A ਦਾ ਫਾਇਦਾ ਚੁੱਕ ਕੇ ਤੁਸੀਂ ਵੀ 5 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ਉੱਤੇ ਟੈਕਸ ਬਚਾ ਸਕਦੇ ਹੋ। ਨਾਲੇ ਦੱਸ ਦਈਏ ਕਿ ਸਰਕਾਰ 2.5 ਲੱਖ ਤੋਂ 5 ਲੱਖ ਤੱਕ ਦੀ ਕਮਾਈ ਉੱਤੇ 5% ਦੀ ਦਰ ਨਾਲ ਇਨਕਮ ਟੈਕਸ ਤਾਂ ਵਸੂਲਦੀ ਹੈ, ਪਰ ਟੈਕਸ ਨੂੰ ਇਨਕਮ ਟੈਕਸ ਐਕਟ ਸੰਸ਼ੋਧਨ 87A ਦੇ ਤਹਿਤ ਮਾਫ ਵੀ ਕਰ ਦਿੰਦੀ ਹੈ। ਮਤਲਬ ਇਹ ਕਿ ਜੇਕਰ ਕਿਸੇ ਦੀ ਸਾਲਾਨਾ ਟੈਕਸੇਬਲ ਇਨਕਮ 5 ਲੱਖ ਰੁਪਏ ਤੱਕ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਪਰ ਜੇਕਰ ਤੁਹਾਡੀ ਕਮਾਈ 5,10,000 ਰੁਪਏ ਹੋਈ ਤਾਂ ਤੁਹਾਨੂੰ 10,000 ਰੁਪਏ ਉੱਤੇ ਟੈਕਸ ਦੇਣ ਦੀ ਬਜਾਏ 5 ਲੱਖ ਮਾਈਨਸ 2.5 ਲੱਖ ਯਾਨੀ ਕਿ 2,60,000 ਉੱਤੇ ਟੈਕਸ ਦੇਣਾ ਹੁੰਦਾ ਹੈ। ਨਵੀਂ ਟੈਕਸ ਪ੍ਰਣਾਲੀ ਦਾ ਨਵਾਂ ਟੈਕਸ ਸਲੈਬ। ਇਸ ਵਿੱਚ ਖਾਸ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਕਿ ਜਿਨ੍ਹਾਂ ਦੀ ਆਮਦਨੀ 7 ਲੱਖ ਰੁਪਏ ਤੱਕ ਹੈ ਉਹਨਾਂ ਨੂੰ 1 ਰੁਪਿਆ ਵੀ ਟੈਕਸ ਨਹੀਂ ਦੇਣਾ ਹੋਵੇਗਾ। ਪਰ ਜੇਕਰ ਤੁਹਾਡੀ ਆਮਦਨੀ 7 ਲੱਖ ਰੁਪਏ ਤੋਂ 1 ਰੁਪਿਆ ਵੀ ਵੱਧ ਜਾਂਦੀ ਹੈ ਤਾਂ ਤੁਹਾਨੂੰ ਟੈਕਸ ਦੇਣਾ ਹੋਵੇਗਾ। ਉਹ ਵੀ ਟੈਕਸ ਦੀ ਰਕਮ ਸਿਰਫ 1 ਰੁਪਏ ਨਹੀਂ ਬਲਕਿ 3 ਲੱਖ ਤੋਂ ਉੱਪਰ ਦੀ ਪੂਰੀ ਆਮਦਨੀ ਤੇ ਦੇਣੀ ਹੋਵੇਗੀ। ਯਾਨੀ ਕਿ ਜਿਨ੍ਹਾਂ ਦੀ ਆਮਦਨੀ 7 ਲੱਖ ਤੋਂ ਜ਼ਿਆਦਾ ਹੈ ਉਹਨਾਂ ਨੂੰ ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ ਹੁਣ 3 ਲੱਖ ਰੁਪਏ ਤੱਕ ਦੇ ਇਨਕਮ ਉੱਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। 3 ਲੱਖ ਤੋਂ 6 ਲੱਖ ਰੁਪਏ ਤੱਕ ਦੇ ਇਨਕਮ ਉੱਤੇ 5% ਦੀ ਟੈਕਸ ਦੇਣਾ ਹੋਵੇਗਾ। 6 ਤੋਂ 9 ਲੱਖ ਰੁਪਏ ਤੱਕ ਦੀ ਇਨਕਮ ਉੱਤੇ 10% ਦੀ ਟੈਕਸ ਦੇਣਾ ਹੋਵੇਗਾ ਅਤੇ ਜੇਕਰ 9 ਤੋਂ 12 ਲੱਖ ਰੁਪਏ ਦੀ ਸਾਲਾਨਾ ਇਨਕਮ ਹੈ ਤਾਂ 15% ਦੀ ਟੈਕਸ ਦੇਣਾ ਹੋਵੇਗਾ। 12 ਤੋਂ 15 ਲੱਖ ਰੁਪਏ ਤੱਕ ਤੁਹਾਨੂੰ 20% ਦੀ ਟੈਕਸ ਅਤੇ 15 ਲੱਖ ਤੋਂ ਜ਼ਿਆਦਾ ਦੀ ਸਾਲਾਨਾ ਇਨਕਮ ਉੱਤੇ 30% ਦੀ ਇਨਕਮ ਟੈक्स देना होगा। इस प्रकार नई कर व्यवस्था में 7 लाख रुपए तक आय वाले व्यक्तियों को कोई कर भुगतान नहीं करना होगा। जो 7 लाख तक रुपए कमा रहे हैं उनको कोई कर भुगतान नहीं करना होगा। दूसरा प्रस्ताव मध्य वर्ग के आय वर्ग से संबंधित है। मैंने वर्ष 2020 में 2.5 लाख रुपए शुरू करते हुए 6 आयकर लय वाली नई व्यक्तिगत आयकर व्यवस्था शुरू की थी। मैं स्लैबों की संख्या घटाकर 5 करते हुए और कर की सीमा को बढ़ाकर 3 लाख करते हुए इस व्यवस्था में कर संरचना को बदलने का प्रस्ताव करती हूँ। कर की नई दरें निम्नानुसार होंगी। 0 से 3 लाख 0, 3 से 6 लाख 5%, 6 से 9 लाख 10%, 9 से 12 लाख 15%, 12 से 15 लाख 20%। फिलहाल इनकम टैक्स भरन दे हन 2 ऑप्शन। इनकम टैक्स रिटर्न यानी कि ITR फाइल करन दे 2 ऑप्शन मिलते हैं। 1 अप्रैल 2020 ਨੂੰ ਨਵਾਂ ਆਪਸ਼ਨ ਦਿੱਤਾ ਗਿਆ ਸੀ। ਸਰਕਾਰ ਨੇ ਨਵੀਂ ਟੈਕਸ ਰਜੀਮ ਨੂੰ ਡਿਫਾਲਟ ਆਪਸ਼ਨ ਕਰ ਦਿੱਤਾ ਹੈ, ਯਾਨੀ ਕਿ ਬਜਟ 'ਚ ਇਨਕਮ ਟੈਕਸ ਤੋਂ ਦਿੱਤੀ ਗਈ ਰਾਹਤ ਸਿਰਫ ਇਸੇ ਉੱਤੇ ਲਾਗੂ ਹੋਵੇਗੀ ਅਤੇ ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਚੁਣਦੇ ਹੋ ਤਾਂ ਤੁਹਾਨੂੰ ਆਪਣੇ ਨਿਵੇਸ਼ ਦੇ ਲਈ ਸਾਰੇ ਡਾਕੂਮੈਂਟ ਦੇਣੇ ਹੋਣਗੇ ਅਤੇ ਪੁਰਾਣੇ ਟੈਕਸ ਸਲੈਬ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਹੋਵੇਗਾ। ਸਾਲ 2024 ਚ ਆਮ ਚੋਣਾਂ ਹੋਣ ਵਾਲੀਆਂ ਨੇ ਅਤੇ ਕੇਂਦਰ ਸਰਕਾਰ ਨੇ ਇਸ ਦੇ ਮੱਦੇਨਜ਼ਰ ਜ਼ਮੀਨੀ ਤੌਰ ਉੱਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਅਜਿਹੇ ਚ ਟੈਕਸ ਦਰਾਂ ਵਿੱਚ ਇਸ ਰਾਹਤ ਦਾ ਕਾਰਨ ਵੀ 2024 ਆਮ ਚੋਣਾਂ ਨੂੰ ਮੰਨਿਆ ਜਾ ਸਕਦਾ ਹੈ।